सत श्री अकाल, मैं ਤੁਹਾਡਾ ਲਖਵਿੰਦਰ ਸਿੰਘ। ਜੇ ਆਪ ਜੀ ਮੇਰੇ ਚੈਨਲ ਤੇ ਨਵੇਂ ਆ, ਮੇਰੇ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਤੱਕ ਪਹੁੰਚ ਰਹੇ। ਜੇ ਆਪ ਜੀ ਚਾਹੁੰਦੇ ਮੈਂ ਕਿਸੇ Song ਦੀ ਰਿਐਕਸ਼ਨ ਦਵਾਂ ਤੇ ਇਹ ਮੇਰੀ ਇੰਸਟਾਗ੍ਰam ਦੀ ਆਈਡੀ ਹੈ, ਅੱਜ ਮੈਨੂੰ ਇੰਸਟਾਗ੍ਰam ਤੇ ਲਿੰਕ ਸੈਂਡ ਕਰ ਸਕਦੇ ਹੋ। ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਵੀਡੀਓ ਹੈ ਰਵਿੰਦਰ ਗਰੇਵਾਲ ਜੀ ਦਾ ਨਵਾਂ Song ਆਇਆ ਸੀ। Song ਦਾ ਨਾਮ ਹੈ ਜਵਾਨੀ 1984 to 2021। ਆਓ ਨਾਲ ਦੀ ਨਾਲ ਆਪਾਂ Song ਨੂੰ ਦੇਖਣਾ ਕਰਦੇ ਹਾਂ ਤੇ ਨਾਲ ਦੀ ਨਾਲ Song ਤੇ ਰਿਐਕਸ਼ਨ ਕਰਦੇ ਹਾਂ। ਆਓ Song ਨੂੰ ਦੇਖਣਾ। ਉਹ ਰੀਲਾਂ ਵਾਲੀ ਤਾਂ ਨੇਰੀ ਲਿਆਂਦੀ ਪਈ ਆ, 12 ਬਣਾਈਆਂ ਕੱਲ। ਤੂੰ ਫਾਲੋਅਰ ਵੱਧਦੇ ਦੇਖੀ ਹੁਣ ਜੱਟ ਦੇ। ਰਵਿੰਦਰ ਪੁੱਤ, ਤੂੰ ਖੜ ਜਾ, ਹੋਲਡ ਕਰੀ ਰਵਿੰਦਰ। ਬਾਪੂ ਨੂੰ ਕੀ ਹੋ ਗਿਆ? ਹਾਂਜੀ ਬਾਪੂ, ਕੀ ਹੋ ਗਿਆ? ਰਿਮੋਟ ਨਹੀਂ ਲੱਗਦਾ ਬੇਟੇ? ਹਾਂ ਪਿਆ ਰਿਮੋਟ। ਸਾਰੀ ਦਿਹਾੜੀ ਮੋਬਾਈਲ 'ਤੇ ਚਿੰਬੜਿਆ ਰਹਿਣਾ। ਕਹਿੰਦੇ ਮੇਰੇ ਕੋਲ ਵੀ ਬਹਿ ਜਾ ਕਰ, ਬੈਠ ਇੱਥੇ। ਸਹੀ ਗੱਲ ਯਾਰ, ਇੱਕ ਇੱਥੇ ਬਾਪੂ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਰੀ ਦਿਹਾੜੀ ਜਿਹੜੇ ਬੱਚੇ ਹੁੰਦੇ ਨੇ ਯਾਰ ਮੋਬਾਈਲ ਦੇ ਨਾਲ ਚਿੰਬੜੇ ਰਹਿੰਦੇ ਨੇ। ਚਲੋ ਮੰਨਦੇ ਆ ਕਿ ਇਹ ਇੱਕ ਹੁਣ ਬੱਚੇ ਦੀ ਹੈਬਿਟਸ ਬਣ ਜਾਂਦੀ ਹੈ ਕਿ ਮੋਬਾਈਲ ਦੇ ਨਾਲ ਉਹ ਕਈ ਸੋਸ਼ਲ ਮੀਡੀਆ ਨਾਲ ਜੁੜ ਜਾਂਦਾ ਹੈ। ਪਰ ਯਾਦ ਰੱਖਿਓ, ਸੋਸ਼ਲ ਮੀਡੀਆ ਨਾਲ ਜੁੜੋ, ਮੁਬਾਰਕ ਤੁਹਾਨੂੰ, ਪਰ ਆਪਣੇ ਮਾਤਾ ਪਿਤਾ ਦੇ ਨਾਲ ਵੀ ਟਾਈਮ ਸਪੈਂਡ ਕਰਿਆ ਕਰੋ, ਮਾਤਾ ਪਿਤਾ ਦੇ ਨਾਲ ਵੀ ਬੈਠਿਆ ਕਰੋ, ਕਿਉਂਕਿ ਉਹਨਾਂ ਨੂੰ ਵੀ ਲੱਗੇ ਕਿ ਸਾਡਾ ਬੱਚਾ ਸਾਡੇ ਹਾਲ ਚਾਲ ਪੁੱਛਦਾ ਹੈ, ਸਾਡੇ ਨਾਲ ਬਹਿੰਦਾ ਹੈ। ਯਾਦ ਰੱਖਿਓ, ਜਦੋਂ ਤੁਹਾਡੇ ਤੇ ਕੋਈ ਮੁਸੀਬਤ ਆਵੇਗੀ ਨਾ, ਉਦੋਂ ਸਾਥ ਪਹਿਲੇ ਨੰਬਰ ਤੇ ਜੇ ਦਵੇਗਾ ਤੇ ਉਹ ਤੁਹਾਡੇ ਮਾਂ-ਬਾਪ ਦੇਣਗੇ। ਇਸ ਕਰਕੇ ਪਹਿਲੇ ਨੰਬਰ ਤੇ ਮਾਂ-ਬਾਪ ਦਾ ਵੀ ਸਤਿਕਾਰ ਕਰੋ ਤੇ ਨਾਲ ਟਾਈਮ ਸਪੈਂਡ ਕਰੋ। ਆਓ ਅੱਗੇ ਦੇਖੀਏ। On the 2nd of June 1984, there was bloodshed. What it did, a mark which continues to be exploited to this day. ਐਵੇਂ ਤਾਂ ਨਹੀਂ ਹੁਣ ਤੱਕ ਗੱਲਾਂ ਹੁੰਦੀਆਂ, ਸਨ ਦਸਤਾਰਾਂ ਜਾਂ ਸਿਰਾਂ ਤੇ ਚੁੰਨੀਆਂ। ਕੱਲੂ ਘਾਰਾ ਡੂੰਘੇ ਸੀ ਜ਼ਖਮ ਦੇ ਗਿਆ, ਅੱਲੇ ਜ਼ਖਮਾਂ ਤੇ ਦਿੱਲੀ ਲੂਣ ਭਰ ਗਈ। ਲੀਡਰ ਨਹੀਂ ਮਿਲਿਆ 84 ਮਗਰੋਂ, ਜਿਹਦੇ ਉੱਤੇ ਸਿੱਖ ਕੌਮ ਮਾਣ ਕਰਦੀ। ਲੀਡਰ ਨਹੀਂ ਮਿਲਿਆ 84 ਮਗਰੋਂ, ਜਿਹਦੇ ਉੱਤੇ ਸਿੱਖ ਕੌਮ ਮਾਣ ਕਰਦੀ। ਚੜਦਾ ਸਿਆਲ ਹੈ 90 ਦੀ ਵਾਰਤਾ, ਪੁਲਿਸ ਨੇ ਪਿੰਡ ਵਿੱਚ ਛਾਪਾ ਮਾਰਤਾ। ਬੜੇ ਨਿਰਦੋਸ਼ ਧੱਕੇ ਚੜੇ ਗੱਭਰੂ, ਕੇਸ ਧਾਰੀ ਪਿੰਡ ਵਿੱਚੋਂ ਫੜੇ ਗੱਭਰੂ। ਸ਼ੱਕ ਦੇ ਆਧਾਰ ਬੱਬਰਾਂ ਦੀ ਠਹਿਰ ਤੇ, ਬਾਪੂ ਕਹਿੰਦਾ ਅੱਜ ਸੁੱਖ ਰੱਖੀ ਮਾਲਕਾ। ਆਥਣੇ ਜੇ ਸੁਣੇ ਹੁੰਦੇ ਫੈਰ ਨਹਿਰ ਤੇ, ਬਾਪੂ ਕਹਿੰਦਾ ਅੱਜ ਸੁੱਖ ਰੱਖੀ ਮਾਲਕਾ। ਆਥਣੇ ਜੇ ਸੁਣੇ ਹੁੰਦੇ ਫੈਰ ਨਹਿਰ ਤੇ। ਇਹ ਸੀ ਯਾਰ ਗਾਣੇ ਦਾ ਜਿਹੜਾ ਪਹਿਲਾ ਪੈਰਾ ਦੇ ਵਿੱਚ ਗੱਲ ਕੀਤੀ ਹੈ ਕਿ ਲੀਡਰ ਨਹੀਂ ਮਿਲਿਆ 84 ਮਗਰੋਂ, ਜਿਹਦੇ ਉੱਤੇ ਸਿੱਖ ਕੌਮ ਮਾਣ ਕਰਦੀ। ਕਹਿੰਦੇ ਇਸ ਤੋਂ ਬਾਅਦ ਇਹੋ ਜਿਹਾ ਕੋਈ ਲੀਡਰ ਨਹੀਂ ਮਿਲਿਆ। ਇਸ ਕਰਕੇ ਯਾਦ ਰੱਖਿਓ, ਅਸੀਂ ਗੁਰਬਾਣੀ ਦੇ ਨਾਲ ਜੁੜੀਏ, ਕਾਮਨ ਸੈਂਸ ਲਈਏ, ਗਿਆਨ ਲਈਏ, ਅਕਲ ਲਈਏ, ਜਿਹਦੇ ਨਾਲ ਅਸੀਂ ਆਪਣੀ ਲਾਈਫ ਦੇ ਸੋਹਣੇ ਡਿਸੀਜਨ ਲਈਏ, ਜਿਹਦੇ ਨਾਲ ਸਾਡੀ ਕੌਮ ਨੂੰ ਸਾਡੇ ਵੱਲ ਦੇਖ ਕੇ ਇੱਕ ਮਾਣ ਮਹਿਸੂਸ ਹੋਵੇ। ਕਿਉਂਕਿ ਅਸੀਂ ਉਹ ਯੋਧਿਆਂ ਦੀ ਜਿਨ੍ਹਾਂ ਦੀ ਗੱਲ ਕਰਦੇ ਹਾਂ ਨਾ, ਉਹਨਾਂ ਯੋਧਿਆਂ ਨੇ ਆਪਣੇ ਆਪ ਤੇ ਫੋਲੋ ਕੀਤਾ ਹੋਇਆ, ਆਪਣੇ ਆਪ ਤੇ ਉਹ ਮੁਸੀਬਤਾਂ ਨੂੰ ਹੰਡਾਇਆ ਹੋਇਆ। ਜਦੋਂ ਕਹਿ ਲਈਏ ਕਿ ਉਹ ਅਸੀਂ ਸਾਖੀਆਂ ਸੁਣਾਵਾਂਗੇ ਅੱਜ ਦੀਆਂ ਮਾਵਾਂ ਦਾਦੀਆਂ ਨੂੰ, ਜਦੋਂ ਉਹ ਗੁਰਬਾਣੀ ਦੇ ਲੜ ਲੱਗਾਂਗੇ ਤੇ ਸਾਡੇ ਅੰਦਰ ਆਪਣੇ ਆਪ ਇੱਕ એનર્ਜੀ ਹੋਵੇਗੀ, ਆਪਣੇ ਆਪ ਇੱਕ ਕੌਨਫੀਡੈਂਸ ਆਵੇਗਾ ਕਿ ਜੇ ਸਾਡੇ ਗੁਰੂ ਸਾਹਿਬਾਨ ਦੁੱਖਾਂ ਸੁੱਖਾਂ ਦਾ ਸਾਹਮਣਾ ਕਰਦੇ ਸੀ ਤੇ ਅਸੀਂ ਵੀ ਦੁੱਖਾਂ ਸੁੱਖਾਂ ਦਾ ਸਾਹਮਣਾ ਕਰਕੇ ਇੱਕ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਸੀ। ਅੱਗੇ ਗੱਲ ਕੀਤੀ ਕਿ ਚੜ੍ਹਦਾ ਸਿਆਲ 90 ਦੀ ਵਾਰਤਾ, ਪੁਲਿਸ ਨੇ ਪਿੰਡ ਵਿੱਚ ਛਾਪਾ ਮਾਰਤਾ। ਕਹਿੰਦੇ 90 ਦੀ ਵਾਰਤਾ ਆ ਜਦੋਂ ਪੁਲਿਸ ਨੇ ਪਿੰਡ ਵਿੱਚ ਛਾਪਾ ਮਾਰਤਾ ਤੇ ਸ਼ੱਕ ਦੇ ਆਧਾਰ ਤੇ ਮੁੰਡਿਆਂ ਨੂੰ ਚੁੱਕ ਲਿੱਤਾ ਗਿਆ, ਕੜੇ ਪਾਇਆ ਹੋਇਆਂ ਵਾਲਿਆਂ ਨੂੰ ਚੁੱਕ ਲਿੱਤਾ ਗਿਆ। ਬੇਕਸੂਰੇ ਜੋ ਉਸ ਵਕਤ ਮਾਰੇ ਗਏ, ਸ਼ੱਕ ਦੇ ਆਧਾਰ ਤੇ ਕਈਆਂ ਨੂੰ ਉਸ ਵਕਤ ਮਾਰਿਆ ਗਿਆ, ਪਰ ਕਸੂਰ ਕੀ ਸੀ? ਕਸੂਰ ਕੁਛ ਨਹੀਂ। ਇਸ ਕਰਕੇ ਉਹ ਮਾਵਾਂ, ਉਹ ਭੈਣਾਂ, ਉਹ ਕਹਿ ਲਈਏ ਪਤਨੀਆਂ ਆਪਣੇ ਉਹ 84 ਕਿਵੇਂ ਭੁੱਲ ਜਾਣਗੀਆਂ ਜਿਨ੍ਹਾਂ ਦਾ ਘਰ ਦਾ ਜੀ ਉਸ ਵਕਤ ਪੁਲਿਸ ਨੇ ਖਾ ਲਿਆ ਹੋਵੇ। ਬਾਪੂ ਕਹਿੰਦਾ ਅੱਜ ਸੁੱਖ ਰੱਖੀ ਮਾਲਕਾ, ਹੱਥ ਨੇ ਜੇ ਸੁਣੇ ਹੁੰਦੇ ਫੈਰ ਨਹਿਰ ਤੇ। ਕਹਿੰਦੇ ਅੱਜ ਵੀ ਕਈ ਉਹੋ ਜਿਹੇ ਪਿੰਡ ਨੇ ਜਿਹੜੇ 84 ਤੋਂ ਬਾਅਦ ਅੱਜ ਉਹ ਪਿੰਡਾਂ ਦੇ ਵਿੱਚ ਬਰਾਤ ਚੜਨ ਲੱਗੀ ਹੈ। ਉਹਨਾਂ ਪਿੰਡਾਂ ਦੇ ਵਿੱਚ ਜਵਾਨੀ ਹੀ ਸਾਰੀ ਖਤਮ ਕਰ ਦਿੱਤੀ ਗਈ ਤੇ ਇੱਥੋਂ ਤੱਕ ਕਿ ਬਰਾਤਾਂ ਨਹੀਂ ਉਸ ਪਿੰਡਾਂ ਦੇ ਵਿੱਚ ਚੜ ਕੇ ਦੇਖੀਆਂ। ਇਸ ਕਰਕੇ ਜਿਨ੍ਹਾਂ ਤੇ ਇਹ ਵਾਪਰੀ ਹੈ ਉਹ ਨਹੀਂ ਕਦੀ ਭੁੱਲ ਸਕਦੇ। ਸੋ ਆਓ ਅੱਗੇ ਦੇਖੀਏ। 83 ਬੇਕਸੂਰ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰੇ। ਘਰੋਂ ਚੱਕ ਗੱਭਰੂ ਲਿਜਾ ਕੇ ਮਾਰਤੇ, ਝੂਠੇ ਹੀ ਮੁਕਾਬਲੇ ਬਣਾ ਕੇ ਮਾਰਤੇ। ਕੀ ਤੁਹਾਨੂੰ ਦੱਸਾਂ ਗੱਲਾਂ ਕੀ ਬੀਤੀਆਂ, ਲਾਸ਼ਾਂ ਨਾਲ ਵਧੀ ਜਾਣ ਫੀਤੀਆਂ।
ਥਾਣੇਦਾਰ ਖੁਸ਼ ਵਰਤਾਏ ਕਹਿਰ ਤੇ ਭੈਣ ਖੜੀ ਰਾਤ ਤੱਕੀ ਜਾਵੇ ਵੀਰ ਦਾ ਥੱਕ ਗਿਆ ਬਾਪੂ ਗੇੜੇ ਲਾਉਂਦਾ ਸ਼ਹਿਰ ਦੇ ਭੈਣ ਖੜੀ ਰਾਤ ਤੱਕੀ ਜਾਵੇ ਵੀਰ ਦਾ ਥੱਕ ਗਿਆ ਬਾਪੂ ਗੇੜੇ ਲਾਉਂਦਾ ਸ਼ਹਿਰ ਦੇ। ਇਹ ਸੀ ਗਾਣੇ ਦਾ ਅਗਲਾ ਪੈਰਾ ਜਿਹਦੇ ਵਿੱਚ ਦਿਖਾਇਆ ਗਿਆ ਕਿ ਘਰੋਂ ਚੁੱਕ ਕੇ ਯਾਰ ਮੁੰਡੇ ਮਾਰਤੇ ਯਾਰ, ਕਈ ਤੇ ਇੱਥੋਂ ਤੱਕ ਬੇਕਸੂਰਿਆਂ ਦੇ ਇਲਜ਼ਾਮ ਲਗਾ ਕੇ ਮਾਰ ਦਿੱਤੇ ਗਏ ਤੇ ਭੈਣ ਜਿਹੜੀ ਉਹ ਰਾਹ ਤੱਕਦੀ ਹੈ ਆਪਣੇ ਵੀਰ ਦਾ ਕਿ ਮੇਰਾ ਵੀਰ ਕਦੋਂ ਘਰ ਆਵੇਗਾ ਜਿਹੜਾ ਪੁਲਿਸ ਚੁੱਕ ਕੇ ਲੈ ਕੇ ਗਈ ਹੈ। ਤੇ ਨਾਲ ਦੀ ਨਾਲ ਉਹ ਜਿੰਨੇ ਮੁੰਡੇ ਚੁੱਕੇ ਜਾਂਦੇ ਸੀ, ਜਿੰਨੇ ਕੇਸ ਵੱਧ ਹੁੰਦੇ ਸੀ ਤੇ ਉਨੀਆਂ ਵੱਧ ਫੀਤੀਆਂ ਲੱਗਦੀਆਂ ਸੀ। ਤੇ ਰਣਜੀਤ ਬਾਵਾ ਜੀ ਨੇ ਬੜਾ ਵਧੀਆ ਇੱਕ Song ਗਾਇਆ ਸੀ, ਕਿੰਨੇ ਆਏ ਕਿੰਨੇ ਗਏ 2 ਆਪਣਾ ਉਸ ਤੇ ਫਸਟ ਰਿਐਕਸ਼ਨ ਸੀ, ਬੜਾ ਸੋਹਣਾ ਉਹਨਾਂ ਨੇ ਵੀ ਗੱਲ ਕੀਤੀ ਸੀ ਕਿ ਸੂਰਮੇ ਲਵਾ ਕੇ ਕਿੰਨੇ ਲਾਈਆਂ ਫੀਤੀਆਂ, ਕਿੰਨੇ ਸਾਡੀ ਮੌਤ ਲਈ ਦੁਆਵਾਂ ਕੀਤੀਆਂ। ਯਾਰ ਜੇ ਕਿਸੇ ਮਾਵਾਂ ਦੇ ਪੁੱਤ ਮਰਵਾ ਕੇ, ਜੇ ਕਿਸੇ ਭੈਣਾਂ ਦੇ ਭਰਾ ਮਰਵਾ ਕੇ ਜੇ ਫੀਤੀਆਂ ਵਧਾਈਆਂ ਤੇ ਫੀਤੀਆਂ ਵਧਾਈਆਂ ਦਾ ਕੀ ਫਾਇਦਾ? ਉਹ ਉੱਚੀ ਪੋਸਟ ਲੈਣ ਦਾ ਕੀ ਫਾਇਦਾ ਜੇ ਕਿਸੇ ਦਾ ਘਰ ਜਾੜ ਕੇ ਤੁਸੀਂ ਉਹ ਉੱਚੀ ਪੋਸਟ ਲਈ ਹੋਈ ਹੈ। ਯਾਦ ਰੱਖਿਓ, ਪੋਸਟ ਲੈਣੀ ਹੈ ਤੇ ਆਪਣੇ ਗੁਨਾਹ ਕਰਕੇ ਪੋਸਟ ਲਓ, ਆਪਣੇ ਅੰਦਰ ਇਹੋ ਜੀ ਕੁਆਲਿਟੀ ਭਰੋ ਜਿਹਦੇ ਨਾਲ ਸੰਸਾਰ ਵੀ ਕਵੇ ਕਿ ਇਸ ਅੰਦਰ ਇਹੋ ਜੀ ਕੁਆਲਿਟੀ ਹੈ, ਇਹ ਹੱਕ ਸੱਚ ਨਿਆਂ ਕਰਦਾ ਹੈ। ਤੇ ਭਾਵੇਂ ਉੱਥੇ ਪੋਸਟ ਤੁਹਾਡੀ ਨੀਵੀਂ ਹੋਵੇ ਪਰ ਸੰਸਾਰ ਸਾਹਮਣੇ ਇੱਕ ਇੱਜ਼ਤ ਰਿਸਪੈਕਟ ਵੀ ਹੋਵੇ। ਯਾਰ ਐਵੇਂ ਨਾ ਕਿਸੇ ਦੀ ਮਾਵਾਂ ਦੇ ਪੁੱਤ ਮਰਵਾ ਕੇ ਤੇ ਵੱਡੀਆਂ ਫੀਤੀਆਂ ਲਵਾ। ਤੇ ਬਾਪੂ ਕਹਿੰਦੇ ਸ਼ਹਿਰ ਦਾ ਗੇੜੇ ਮਾਰ ਕੇ ਥੱਕ ਜਾਂਦਾ ਹੈ, ਬਾਪੂ ਥਾਣਿਆਂ ਦੇ ਵਿੱਚ ਥੱਕ ਜਾਂਦਾ ਹੈ ਕਿ ਕਦੋਂ ਮੇਰਾ ਪੁੱਤ ਘਰ ਵਾਪਸ ਆਵੇਗਾ, ਪਰ ਉਹ ਬਾਪੂ ਦਾ ਪੁੱਤ ਘਰ ਵਾਪਸ ਨਹੀਂ ਆਇਆ। ਫਿਰ ਸੋ ਆਓ ਅੱਗੇ ਦੇਖੀਏ। We are still being genocided, but this time they are doing it indirectly. Are you watching? ਚਿੱਟਾ ਪੀਪੀ ਹੋ ਗਈ ਜਵਾਨੀ ਖੋਖਲੀ ਦੱਸਾਂਗੇ ਕੀ ਦੱਸੋ ਆਉਣ ਵਾਲੇ ਕੱਲ ਨੂੰ ਮੈਕਸੀਕੋ ਵਾਲੀ ਕੰਧ ਔਖੀ ਟੱਪਣੀ ਤੁਰ ਪੀ ਜਵਾਨੀ ਯਾਰੋ ਜੀ ਦੇ ਵੱਲ ਨੂੰ ਜੰਗਲ ਪਨਾਮੇ ਲੋਕੀ ਨਿੱਤ ਮਰਦੇ ਸੱਚੀਆਂ ਨੇ ਗੱਲਾਂ ਦੱਸੋ ਕਾਹਦੇ ਪਰਦੇ ਕਰਮਾਂ ਵਾਲੇ ਹੀ ਦੂਜੇ ਪਾਰ ਲੱਗਦੇ ਡੌਂਕੀ ਵਾਲਾ ਆਖੇ ਛੱਡ ਜਾਵੋ ਇਸ ਨੂੰ ਭਾਵੇਂ ਹੁਣ ਥੋੜੇ ਬਹੁਤੇ ਸਾਹ ਵਗਦੇ ਆਈਲੈਟਸ ਚੋਂ ਬੈਂਡ 7 ਕੁੜੀ ਦੇ ਕੰਮ ਨੂੰ ਨਹੀਂ ਲੱਗੇ ਕਦੇ ਹੱਥ ਕੁੜੀ ਦੇ ਇੰਡੀਆ 'ਚ ਅੱਜ ਕੱਲ ਫੁੱਲ ਚਰਚਾ ਮੁੰਡੇ ਵਾਲਿਆਂ ਨੇ ਸਾਰਾ ਕੀਤਾ ਖਰਚਾ ਭੁੱਲ ਗਈ ਕੈਨੇਡਾ ਵਿੱਚ ਪੈਰ ਧਰ ਕੇ 22 ਸਾਲਾ ਪੁੱਤ ਸਲਫਾਸ ਖਾ ਗਿਆ 25 ਲੱਖ ਲਾਇਆ ਪਹਿਲੀ ਬੈ ਕਰਕੇ ਇਹ ਸੀ ਗਾਣੇ ਦਾ ਅਗਲਾ ਪੈਰਾ ਜਿਹਦੇ ਵਿੱਚ ਗੱਲ ਕੀਤੀ ਹੈ ਚਿੱਟਾ ਪੀ ਕੇ ਜਵਾਨੀ ਖੋਖਲੀ ਹੋ ਗਈ। ਆਉਣ ਵਾਲੇ ਕੱਲ ਨੂੰ ਕੀ ਦੱਸਾਂਗੇ ਅਸੀਂ, ਆਉਣ ਵਾਲੀ ਪੀੜ੍ਹੀ ਨੂੰ ਕੀ ਦੱਸਾਂਗੇ, ਜਵਾਨੀ ਹੀ ਖੋਖਲੀ ਹੋ ਗਈ। ਇਸ ਕਰਕੇ ਯਾਰ ਨਸ਼ਿਆਂ ਦੇ ਵਿੱਚੋਂ ਇਸ ਪੰਜਾਬ ਨੂੰ ਮੁਕਤ ਕਰਨਾ ਹੈ ਤੇ ਪਹਿਲੇ ਨੰਬਰ ਤੇ ਤੁਹਾਨੂੰ ਖੁਦ ਨੂੰ ਚਾਹੀਦਾ ਹੈ। ਜਿਹੜੇ ਨਸ਼ੇ ਕਰਦੇ ਨੇ, ਜੇ ਨਸ਼ਾ ਖਾਣਾ ਬੰਦ ਹੋ ਜਾਵੇਗਾ ਤੇ ਨਸ਼ੇ ਵੇਚਣ ਵਾਲੇ ਵੀ ਆਪਣੇ ਆਪ ਬੰਦ ਹੋ ਜਾਣਗੇ। ਕੁਝ ਗਲਤੀਆਂ ਸਾਡੀਆਂ ਸਰਕਾਰਾਂ ਦੀਆਂ ਨੇ ਜਿਨ੍ਹਾਂ ਨੇ ਇਹ ਨਸ਼ੇ ਨੂੰ ਪ੍ਰਮੋਟ ਕੀਤਾ ਹੋਇਆ। ਇਹ ਬੰਦ ਹੋਣ ਤੇ ਚਾਹਵੇ ਕਿਉਂ ਨਹੀਂ ਬੰਦ ਹੋ ਸਕਦਾ ਯਾਰ। ਜਿਹੜੀ ਕਰੰਸੀ ਜਿਹੜੀ ਸੀ 5000 ਦੇ ਨੋਟ ਬੰਦ ਹੋ ਸਕਦੇ ਸੀ, 500 ਦੇ ਨੋਟ ਬੰਦ ਹੋ ਸਕਦੇ ਤੇ ਨਸ਼ਾ ਕਿਉਂ ਨਹੀਂ ਬੰਦ ਹੋ ਸਕਦਾ ਸੀ? ਹੋ ਸਕਦਾ ਸੀ ਪਰ ਉਹ ਸਰਕਾਰਾਂ ਕਰਨਾ ਨਹੀਂ ਚਾਹੁੰਦੀਆਂ ਕਿਉਂਕਿ ਉਹਦੇ ਪਿੱਛੇ ਉਸ ਸਰਕਾਰਾਂ ਦਾ ਫਾਇਦਾ ਹੈ ਨਾ ਕਿ ਜਨਤਾ ਦਾ। ਉਹਦੇ ਕਹਿੰਦੇ ਮੈਕਸੀਕੋ ਦੀ ਕੰਧ ਔਖੀ ਟੱਪਣੀ ਜਵਾਨੀ ਉਧਰ ਬੰਨੇ ਤੁਰ ਪੈਂਦੀ ਆ। ਅੱਜ ਡੌਂਕੀ ਲਾ ਕੇ ਬੰਦਾ ਚਲੇ ਜਾਂਦਾ ਹੈ ਤੇ ਯਾਰ ਕੰਧ ਟੱਪਣ ਦੇ ਪਰ ਭੁੱਖੇ ਤੇ ਹਾਏ ਕਈ ਇੱਥੋਂ ਤੱਕ ਕਿ ਮਾਵਾਂ ਨੂੰ ਖਬਰਾਂ ਤੱਕ ਨਹੀਂ ਪਹੁੰਚਦੀਆਂ ਕਿ ਮੇਰਾ ਪੁੱਤ ਬਾਹਰ ਪਹੁੰਚਿਆ ਕਿ ਨਹੀਂ ਪਹੁੰਚਿਆ, ਕਿ ਕਿਤੇ ਜੰਗਲ 'ਚ ਪਿਆ ਕਿਤੇ ਪਿੰਜਰ ਤਾਂ ਨਹੀਂ ਬਣ ਗਿਆ। ਔਖੇ ਰਸਤੇ ਤੇ ਨਾ ਚੱਲੋ ਯਾਰ, ਆਪਣੀ ਮਿਹਨਤ ਕਰੋ, ਸਟਰਗਲ ਕਰੋ ਯਾਰ। ਤੁਸੀਂ ਬਾਹਰ ਜਾਣਾ ਚਾਹੁੰਦੇ ਹੋ, ਕੋਈ ਇਹੋ ਜੀ ਮਿਹਨਤ ਕਰਕੇ ਜਾਓ ਤੇ 1 ਨੰਬਰ 'ਚ ਜਾਓ, ਤੁਹਾਨੂੰ 2 ਨੰਬਰ 'ਚ ਜਾਣ ਦੀ ਲੋੜ ਹੀ ਨਾ ਪਵੇ ਯਾਰ। ਤੇ ਕਹਿੰਦੇ ਆਈਲੈਟਸ ਤੋਂ ਕੁੜੀ ਦੇ 7 ਬੈਂਡ ਨੇ ਪਰ ਕੰਮ ਨੂੰ ਕਦੇ ਹੱਥ ਨਹੀਂ ਲੱਗੇ ਉਹਦੇ ਕੁੜੀ ਦੇ। ਆਈਲੈਟਸ ਤੋਂ 7 ਨੰਬਰ ਨੇ ਪਰ ਚੁੱਲ੍ਹੇ ਚੌਂਕੇ ਬਾਰੇ ਕੁਝ ਨੌਲੇਜ ਨਹੀਂ ਹੈਗੀ, ਘਰ ਦੇ ਕੰਮਾਂ ਬਾਰੇ ਕੁਝ ਨੌਲੇਜ ਨਹੀਂ ਹੈਗੀ। ਇਸ ਕਰਕੇ ਜਿੱਥੇ ਯਾਰ ਤੁਹਾਡੇ ਅੰਦਰ ਗੁਣ ਹੈ, ਤੁਹਾਡੀ ਪੜ੍ਹਾਈ ਦੇ ਵਿੱਚ ਤੁਸੀਂ ਕਾਇਮ ਹੋ, ਉੱਥੇ ਘਰ ਦੇ ਕੰਮਾਂ ਨੂੰ ਵੀ ਹੱਥ ਲਾਉਣਾ ਸਿੱਖ ਲਿਓ। ਇਹ ਨਾ ਹੋਵੇ ਕਿ ਜਿਹੜਾ ਪੁੱਤ ਕਿਸੇ ਕੁੜੀ ਨੂੰ ਘਰੇ ਵਿਆਹ ਕੇ ਲੈ ਕੇ ਜਾਂਦਾ ਉਹ ਇਸ ਕਰਕੇ ਵੀ ਲੈ ਕੇ ਜਾਂਦਾ ਕਿ ਮੇਰੇ ਮਾਂ ਪਿਓ ਨੂੰ ਥੋੜਾ ਸੁੱਖ ਹੋ ਜਾਵੇਗਾ, ਬਜ਼ੁਰਗੀ ਦੇ ਵਿੱਚ ਉਹ ਵੀ ਕੰਮ ਕਰਕੇ ਥੱਕ ਜਾਣਗੇ ਤੇ ਮੇਰੀ ਘਰਵਾਲੀ ਉਹਨਾਂ ਨਾਲ ਹੈਲਪ ਕਰਵਾਇਆ ਕਰੂਗੀ। ਤੇ ਪਰ ਜੇ ਘਰਵਾਲੀ ਨੂੰ ਕੰਮ ਨਹੀਂ ਨਾ ਆਉਂਦਾ ਹੋਵੇ ਤੇ ਉਸ ਮਾਂ ਪਿਓ ਨੂੰ ਘਰਵਾਲੀ ਦਾ ਤੁਹਾਡੀ ਦਾ ਕਾਹਦਾ ਸੁੱਖ ਹੋ ਜਾਂਦਾ ਹੈ। ਇਸ ਕਰਕੇ ਕੰਮਾਂ ਕਾਰਾਂ ਨੂੰ ਵੀ ਹੱਥ ਲਾਉਣਾ ਸਿੱਖੋ। ਕਹਿੰਦੇ ਮੀਡੀਆ 'ਚ ਪੂਰਾ ਫੁੱਲ ਚਰਚਾ ਤੇ ਮੁੰਡੇ ਵਾਲਿਆਂ ਨੇ ਫੁੱਲ ਕੀਤਾ ਖਰਚਾ ਤੇ ਭੁੱਲ ਗਈ ਕੈਨੇਡਾ ਵਿੱਚ ਪੈਰ ਧਰ ਕੇ। ਕਹਿੰਦੇ 25 ਲੱਖ ਮੁੰਡਿਆਂ ਵਾਲਿਆਂ ਨੇ ਲਾਇਆ ਤੇ ਕੈਨੇਡਾ 'ਚ ਜਾ ਕੇ ਭੁੱਲ ਗਈ ਯਾਰ। ਤੇ ਇਹੋ ਜਿਹੇ ਕਰਮ ਨਾ ਕਰੋ। ਲਵਲੀ ਨੂਰ ਦਾ ਹਾਈ ਕੈਨੇਡਾ ਰਿਐਕਸ਼ਨ ਆਪ ਜੀ ਦੇਖ ਸਕਦੇ ਹੋ। ਇਸ ਟੌਪਿਕ ਦੇ ਵਿੱਚ ਆਪਾਂ ਉੱਥੇ
ਖੁੱਲ ਕੇ ਗੱਲ ਕੀਤੀ ਹੋਈ ਹੈ। ਸੋ ਆਓ ਅੱਗੇ ਦੇਖੀਏ। ਓਏ ਰਹਿੰਦੀ ਜੋ ਕਸਰ ਕੱਢ ਦਿੱਤੀ ਕਲਾਕਾਰਾਂ, ਪੂਰੀ ਤਰ੍ਹਾਂ ਹੋਏ ਅਜੇ ਬਰਬਾਦ ਨਹੀਂ। ਦੱਸਦੀ ਮਢੀਰ ਫੈਨ ਉਸ ਕਲਾਕਾਰ ਦੇ ਆ, ਬਾਬਾ ਬੰਦਾ ਸਿੰਘ ਦੀਪ ਸਿੰਘ ਯਾਦ ਨਹੀਂ। ਕਿਹੜੀ ਚਿੱਠੀ ਪੜ੍ਹ ਸੀ ਰੰਗਾ ਹਿੱਲਿਆ, ਨਲੂਆ ਖਿਤਾਬ ਕਿਸ ਨੂੰ ਸੀ ਮਿਲਿਆ। ਅੱਧਿਆਂ ਨੂੰ ਪਤਾ ਹੈ ਨਹੀਂ ਇਸ ਗੱਲ ਦਾ, ਚੰਗੇ ਦਿਨ ਕਿੱਥੋਂ ਆਉਣੇ ਸਿੱਖ ਕੌਮ ਦੇ। ਇਹੋ ਜਿਹਾ ਹੋਇਆ ਏ ਭਵਿੱਖ ਕੱਲ ਦਾ, ਕੱਢ ਲੈ ਤੂੰ ਟਾਈਮ ਯੋਧੇ ਲਿਖਦੇ ਲਿਖਤ ਕੋਈ ਕਰ ਵਿੱਚ ਜ਼ਿਕਰ ਪੰਜਾਬ ਦਾ। ਓਏ ਰੰਗਲੀ ਜਵਾਨੀ ਬਾਰੇ ਲਿਖ ਦੇਵੀਂ ਗੀਤ ਜਿਹਨੂੰ ਸੁਣ ਹੋਵੇ ਫਿਕਰ ਪੰਜਾਬ ਦਾ। ਸੋਚਦਾ ਏ ਧਾਰੀ ਵਾਲਾ ਕੰਮ ਮੁੱਕੂ ਕੰਮ ਤੇਰਾ ਜਿੱਦਣੇ ਤੈ ਮਰਨਾ। ਉਹ ਸੈਤੋਂ ਕੇ ਦੇ ਸਿਵਿਆਂ 'ਚ ਜਿਹੜਾ ਰਨਵੇ, ਆਖਰੀ ਜਹਾਜ਼ ਉੱਥੇ ਲੈਂਡ ਕਰਨਾ। ਸੈਤੋਂ ਕੇ ਦੇ ਸਿਵਿਆਂ 'ਚ ਜਿਹੜਾ ਰਨਵੇ, ਆਖਰੀ ਜਹਾਜ਼ ਉੱਥੇ ਲੈਂਡ ਕਰਨਾ। ਇਹ ਸੀ ਗਾਣੇ ਦਾ ਲਾਸਟ ਪੈਰਾ, ਜਿਹਦੇ ਵਿੱਚ ਗੱਲ ਕੀਤੀ ਕਿ ਰਹਿੰਦੀ ਕਸਰ ਜਿਹੜੀ ਉਹ ਕਲਾਕਾਰਾਂ ਨੇ ਕੱਢਤੀ ਪਰ ਪੂਰੀ ਤਰ੍ਹਾਂ ਹਜੇ ਬਰਬਾਦ ਨਹੀਂ ਹੋਏ। ਤੇ ਕਹਿੰਦੇ ਦੱਸਦੀ ਮੰਡੀਰ ਅਸੀਂ ਫੈਨ ਉਸ ਕਲਾਕਾਰ ਦੇ ਆ, ਪਰ ਬਾਬਾ ਦੀਪ ਸਿੰਘ ਤੇ ਬੰਦਾ ਬਹਾਦਰ ਯਾਦ ਹੀ ਨਹੀਂ। ਇਸ ਕਰਕੇ ਆਪਣੇ ਕਲਚਰ ਨੂੰ ਯਾਦ ਰੱਖੋ, ਉਹ ਯੋਧਿਆਂ ਨੂੰ ਯਾਦ ਰੱਖੋ ਜਿਹੜੇ ਯੋਧੇ ਯਾਰ ਹੱਕ ਸੱਚ ਪ੍ਰਤੀ ਜਿਹੜੇ ਖੜਦੇ ਸੀ, ਜਿਹੜੇ ਯੋਧੇ ਯਾਰ ਕਿਸੇ ਦੀਆਂ ਇੱਜ਼ਤਾਂ ਦੇ ਰਾਖੇ ਬਣਦੇ ਸੀ। ਕਹਿੰਦੇ ਕਿਹੜੀ ਚਿੱਠੀ ਸੀ ਉਹ ਜਿਹੜੀ ਔਰੰਗਾ ਦੇਖ ਕੇ ਹਿੱਲ ਗਿਆ ਸੀ, ਜਿਹੜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਾਈ ਸੀ, ਜਿਹੜੇ ਕਲਗੀਆਂ ਵਾਲੇ ਨੇ ਆਪਣੇ 4 ਪੁੱਤ ਵਾਰ ਕੇ ਫਿਰ ਵੀ ਔਰੰਗੇ ਨੂੰ ਲਲਕਾਰ ਕੇ ਚਿੱਠੀ ਪਾਉਂਦੇ ਨੇ। ਉਹ ਕਿਹੜੀ ਚਿੱਠੀ ਸੀ ਆ? ਤੇ ਨਲੂਆ ਖਿਤਾਬ ਕਿਸ ਨੂੰ ਸੀ ਮਿਲਿਆ? ਹਰੀ ਸਿੰਘ ਨਲੂਏ ਜੀ ਨੂੰ ਇਹ ਖਿਤਾਬ ਮਿਲਿਆ ਸੀ। ਤੇ ਉਹ ਖਿਤਾਬ ਕਿਵੇਂ ਮਿਲਿਆ ਸੀ? ਬੱਬੂ ਮਾਨ ਜੀ ਦਾ ਸੌਂਗ ਹੈ ਵਾਰਿਸ ਨਲੂਏ ਦਾ, ਉਹਦੇ ਵਿੱਚ ਅਸੀਂ ਹਰੀ ਸਿੰਘ ਨਲੂਆ ਜੀ ਪੂਰੀ ਹਿਸਟਰੀ ਦੱਸੀ ਹੋਈ ਹੈ। ਉਹਦੇ 2 ਭਾਗ ਨੇ, ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਵਾਂਗਾ, ਆਪ ਜੀ ਉਹ ਸੌਂਗ ਜ਼ਰੂਰ ਦੇਖਣਾ ਕਰਨਾ। ਉਸ ਰਿਐਕਸ਼ਨ ਦੇ ਵਿੱਚ ਆਪਾਂ ਹਰੀ ਸਿੰਘ ਨਲੂਏ ਜੀ ਦਾ ਪੂਰਾ ਇਤਿਹਾਸ ਵੀ ਦੱਸਿਆ ਹੋਇਆ ਵੇ, ਤੇ ਇਹ ਵੀ ਦੱਸਿਆ ਹੋਇਆ ਕਿ ਉਹਨਾਂ ਨੂੰ ਇਹ ਖਿਤਾਬ ਕਿਵੇਂ ਮਿਲਿਆ ਸੀ। ਕਹਿੰਦੇ ਅੱਧਿਆਂ ਨੂੰ ਤੇ ਪਤਾ ਹੀ ਨਹੀਂ ਇਸ ਗੱਲ ਦਾ ਕਿ ਉਹ ਚਿੱਠੀ ਕਿਹੜੀ ਸੀ, ਉਹ ਨਲੂਆ ਖਿਤਾਬ ਕਿਹਨੂੰ ਮਿਲਿਆ ਸੀ। ਇਹ ਵੀ ਯਾਦ ਰੱਖਣਾ ਕਿ ਉਹ ਚਿੱਠੀ ਦਾ ਜਿਹੜਾ ਨਾਮ ਸੀ ਉਹ ਸੀ ਜਫਰਨਾਮਾ, ਤੇ 1705 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਔਰੰਗਜ਼ੇਬ ਨੂੰ ਭੇਜਿਆ ਸੀ। ਜਦੋਂ ਕਹਿ ਲਈਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਰਾ ਸਰਬੰਸ ਵੀ ਵਾਰਿਆ ਗਿਆ ਸੀ, ਪਰ ਫਿਰ ਵੀ ਔਰੰਗੇ ਨੂੰ ਲਲਕਾਰਦੇ ਸੀ। ਕਹਿੰਦੇ ਚੰਗੇ ਦਿਨ ਆਉਣੇ ਕਿਥੋਂ ਸਿੱਖ ਕੌਮ ਦੇ, ਇਹੋ ਜਿਹਾ ਅੱਜ ਹੈ ਭਵਿੱਖ ਕੱਲ ਦਾ। ਕਹਿੰਦੇ ਅੱਜ ਇਹੋ ਜਿਹਾ ਭਵਿੱਖ ਬਣਿਆ ਪਿਆ ਏ। ਸਾਨੂੰ ਯਾਰ ਕਹਿ ਲਈਏ ਕਿ ਰਾਈਟਰਾਂ ਦੇ, ਸਾਨੂੰ ਗਾਣਿਆਂ ਦੇ, ਸਿੰਗਰਾਂ ਦੇ ਕੱਲੇ ਗਾਣੇ ਯਾਦ ਨੇ, ਪਰ ਸਾਨੂੰ ਹਿਸਟਰੀ ਨਹੀਂ ਯਾਦ। ਸਾਨੂੰ ਉਹ ਸੂਰਮਿਆਂ ਦੀਆਂ ਵਾਰਤਾਵਾਂ ਨਹੀਂ ਯਾਦ, ਤੇ ਇਸ ਕਰਕੇ ਉਹ ਵੀ ਯਾਦ ਰੱਖਣੀਆਂ ਹੈ ਜਿਨ੍ਹਾਂ ਨਾਲ ਸਾਨੂੰ એનર્ਜੀ ਮਿਲੇ। ਤੇ ਅੱਜ ਦੀ ਜਵਾਨੀ ਵਾਸਤੇ ਉਹ ਗੀਤ ਲਿਖਦੇ ਜਿਹਨੂੰ ਸੁਣ ਹੋਵੇ ਫਿਕਰ ਪੰਜਾਬ ਦਾ। ਜੇ ਇਹ ਸੁਣ ਕੇ ਸਾਨੂੰ ਪੰਜਾਬ ਦਾ ਫਿਕਰ ਪੈ ਜਾਏ ਕਿ ਅੱਜ ਦੀ ਪੰਜਾਬ ਦੀ ਜਵਾਨੀ ਤੁਰ ਕਿੱਧਰ ਗਈ ਹੈ। ਦੇਖੋ ਗਾਣਾ ਸੁਣੋ, ਤੁਸੀਂ ਐਂਟਰਟੇਨਮੈਂਟ ਕਰੋ, ਪਰ ਲਾਈਫ ਦੇ ਵਿੱਚ ਆਪਣੇ ਇਤਿਹਾਸ ਨੂੰ, ਆਪਣੇ ਕਲਚਰ ਨੂੰ ਯਾਦ ਰੱਖੋ, ਜਿਹੜੇ ਇਤਿਹਾਸ ਨੇ ਤੁਹਾਡੇ ਪਰਿਵਾਰ ਨੂੰ, ਜਿਹੜੇ ਇਤਿਹਾਸ ਨੇ ਤੁਹਾਨੂੰ ਗਾਈਡੈਂਸ ਕਰਨਾ। ਲਾਸਟ ਦੇ ਵਿੱਚ ਗੱਲ ਕੀਤੀ ਹੈ ਆਖਰੀ ਜਿਹੜਾ ਜਹਾਜ਼ ਤੇਰਾ ਲੈਂਡ ਕਰਨਾ ਉਹ ਸਿਵਿਆਂ ਦੇ ਵਿੱਚ ਕਰਨਾ ਹੈ, ਉਹ ਕਿਤੇ ਹੋਰ ਨਹੀਂ ਕਰਨਾ। ਇਸ ਕਰਕੇ ਮਰਨਾ ਇੱਕ ਦਿਨ ਸਾਰਿਆਂ ਨੇ, ਕੁਝ ਐਸਾ ਕਰਕੇ ਮਰੀਏ ਜਿਹਦੇ ਨਾਲ ਸਾਡੇ ਸਮਾਜ ਨੂੰ ਵੀ ਕੋਈ ਸੇਧ ਚੰਗੀ ਮਿਲ ਸਕੇ, ਜਿਹਦੇ ਨਾਲ ਅਸੀਂ ਵੀ ਖੁਸ਼ ਰਹਿ ਸਕੀਏ ਤੇ ਕੁਝ ਸਮਾਜ ਨੂੰ ਵੀ ਚੰਗੀ ਸੇਧ ਦੇ ਕੇ ਜਾਈਏ। ਲਾਈਫ ਦੇ ਵਿੱਚ ਇੰਜੋਏ ਵੀ ਕਰੋ, ਐਂਟਰਟੇਨਮੈਂਟ ਵੀ ਕਰੋ, ਪਰ ਆਪਣੇ ਇਤਿਹਾਸ ਨੂੰ, ਆਪਣੇ ਕਲਚਰ ਨੂੰ ਯਾਦ ਰੱਖ ਕੇ ਤੇ ਕਿਸੇ ਨੂੰ ਸਹੀ ਗਾਈਡੈਂਸ ਵੀ। ਸੋ ਬਹੁਤ ਹੀ ਪਿਆਰਾ ਸੌਂਗ ਸੀ। ਆਪ ਜੀ ਦੱਸਣਾ ਕਰਨਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ, ਆਪ ਜੀ ਨੂੰ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਜੇ ਆਪ ਮੇਰੇ ਚੈਨਲ ਤੇ ਨਵੇਂ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਤੱਕ ਪਹੁੰਚਦੀ ਰਹੇ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਆ, ਉਦੋਂ ਤੱਕ ਲਈ ਸਤਿ ਸ੍ਰੀ ਅਕਾਲ।